ਇਹਨਾਂ ਨੇ ਸਵਾਲ ਕੀਤਾ ਸੀ ਕਿ ਬੀਬੀ ਹੈਗੀ 45 ਸਾਲ ਦੀ, 45-46 ਸਾਲ ਦੀ, ਸੁੱਕੀ ਹੋਈ, ਕਮਜ਼ੋਰ ਹੈ ਅਤੇ ਉਹਨੂੰ ਦਾਗ ਲੱਗਦਾ ਹੈ, ਯਾਨੀ ਕਿ ਮਖਸੂਸ ਜਿਵੇਂ ਅਯਾਮ ਹੁੰਦੇ ਨਾ, ਇਸ ਤਰ੍ਹਾਂ ਦਾਗ ਲੱਗਦਾ ਹੈ ਅਤੇ ਪਿਸ਼ਾਬ ਉਹਦਾ ਸਫੈਦ ਰੰਗ ਦਾ। ਜਦੋਂ ਕਿ ਸਾਡਾ ਅਸੂਲ ਹੈਗਾ, ਅਸੂਲ ਇਹ ਕਹਿੰਦਾ, ਕੁਲੀਆਤ ਇਹ ਕਹਿੰਦੇ ਨੇ, ਜਦੋਂ ਬਲੀਡਿੰਗ ਹੁੰਦੀ ਨਾ ਉਦੋਂ ਅਜ਼ਲਾਤੀਅਤ ਕਹਿੰਦੇ ਨੇ, ਖੁਸ਼ਕੀ ਕਹਿੰਦੇ ਨੇ, ਉਦੋਂ ਪਿਸ਼ਾਬ ਸੁਰਖ ਹੋਇਆ ਕਰਦਾ। ਇਹ ਸਫੈਦ ਹੈ, ਇਹ ਸਫੈਦ ਇਸ ਵਾਸਤੇ, ਇੱਕ ਤਾਂ ਉਹ ਆਪ ਕਮਜ਼ੋਰ ਹੈ, ਦੂਸਰੇ ਨੰਬਰ 'ਤੇ ਜਦੋਂ ਬਲੀਡਿੰਗ ਹੁੰਦੀ ਹੈ ਫਿਰ ਪਿਸ਼ਾਬ ਸਫੈਦ ਹੋ ਜਾਇਆ ਕਰਦਾ ਹੈ। ਤੀਸਰੇ ਨੰਬਰ 'ਤੇ ਉਹ ਕਮਜ਼ੋਰ ਹੋਣੀ, ਬਹੁਤ ਸਾਰੀ ਜ਼ਿਆਦਾ ਕਮਜ਼ੋਰ ਹੋਣੀ, ਤਾਂ ਖੂਨ ਦੀ ਵੈਸੇ ਹੀ ਕਮੀ ਹੋਣੀ। ਤੀਸਰੇ ਨੰਬਰ ਦੇ ਉੱਤੇ ਉਹਦੇ ਬੱਚਾ ਕਹਿੰਦੇ ਨੇ 15-16 ਸਾਲ ਦਾ ਹੈ, ਛੋਟਾ ਬੱਚਾ। ਉਹਨੇ ਬੀਬੀ ਨੇ ਫੈਮਿਲੀ ਪਲਾਨਿੰਗ ਦਾ ਕੋਈ ਅਮਲ ਕੀਤਾ। ਜਿਹੜੀਆਂ ਬੀਬੀਆਂ ਫੈਮਿਲੀ ਪਲਾਨਿੰਗ ਕਰਦੀਆਂ ਨੇ ਉਹਨਾਂ ਦੇ ਰਸੌਲੀ ਬਣਨ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ। ਇਹ ਸਮਝੋ 95% ਅੰਦਰੂਨੀ ਤੌਰ 'ਤੇ ਰਸੌਲੀ ਬਣਦੇ, ਉਹਦੀ ਓਵਰੀ 'ਚ ਰਸੌਲੀ ਬਣ ਜਾਏ, ਉਹਦੀ ਟਿਊਬ ਦੇ ਵਿੱਚ ਖਰਾਬੀ ਆ ਜਾਏ, ਉਹਦੇ ਪਿੱਤੇ 'ਚ ਪੱਥਰੀ ਬਣ ਜਾਏ, ਉਹਦੇ ਸੁਦੈਨ ਵਿੱਚ ਯਾਨੀ ਛਾਤੀਆਂ 'ਚ ਗਿਲਟੀ ਬਣ ਜਾਏ, ਜਾਂ ਜਿਸਮ ਮੋਟਾ ਹੋ ਜਾਏ, ਜਾਂ ਉਹਨਾਂ ਦੇ ਮੈਂਸਸ ਦੇ ਵਿੱਚ ਫਰਕ ਆ ਕੇ ਮੋਟਾ ਹੋ ਪੈਂਦੀਆਂ ਨੇ। ਕਿਤੇ ਵੀ ਰਸੌਲੀ ਬਣ ਸਕਦੀ ਜਿਸਮ ਦੇ ਵਿੱਚ ਰਸੌਲੀਆਂ। ਕੁਛ ਦੂਸਰਾ ਪਹਿਲੂ ਆ ਜਾਂਦਾ, ਉਹਨਾਂ ਦੇ ਮੈਂਸਸ ਬੰਦ ਹੀ ਨਹੀਂ ਹੁੰਦੇ ਹੈਗੇ, ਫਿਰ ਉਹ ਸੁੱਕ ਕੇ TB ਵਿੱਚ ਵੀ ਚਲੀਆਂ ਜਾਂਦੀਆਂ ਨੇ। ਇਹ ਸਾਰੀਆਂ ਹੁਣ ਇਹ ਹੈਗੇ ਨੇ ਸੁਗਾਤਾਂ ਫੈਮਿਲੀ ਪਲਾਨਿੰਗ ਕਰਨ ਦੇ ਰੱਦੇ ਅਮਲ ਦੇ ਉੱਤੇ। ਲੇਕਿਨ ਇੱਥੇ ਬੜੇ ਬੜੇ ਡਾਕਟਰ ਪੜ੍ਹੇ ਵੀ ਕਹੀ ਜਾਂਦੇ ਨੇਗੇ ਕੁਛ ਨਹੀਂ, ਉਹ ਹਾਲਾਂਕਿ ਉਹਨਾਂ ਦੇ ਨੋਟਿਸ 'ਚ ਵੀ ਇਸ ਬਿਨਾਂ ਦੇ ਉੱਤੇ ਹੋ ਰਿਹਾ ਸਾਰਾ। ਕਸਰਤ ਨਾਲ ਸਾਡੀਆਂ ਬੀਬੀਆਂ ਬਿਮਾਰ ਹੋ ਰਹੀਆਂ ਨੇ, ਲੇਕਿਨ ਐਸੀ ਮਲਟੀਨੈਸ਼ਨਲ ਕੰਪਨੀਆਂ ਦੀ ਹੈ, ਉਹਨਾਂ ਨੂੰ ਮਾਰ ਪਈ ਹੈ ਕਿ ਜੋ ਪੈਸਾ ਕਮਾਉਣ ਦੇ ਵਾਸਤੇ ਇਹ ਕਰਾਉਂਦੇ ਨੇ ਅਮਲ। ਪਹਿਲੋਂ ਫੈਮਿਲੀ ਪਲਾਨਿੰਗ ਦੇ ਉੱਤੇ ਕੋਈ ਨਾ ਕੋਈ ਆਪਰੇਸ਼ਨ 'ਤੇ ਪੈਸੇ ਲਾਏ, ਫਿਰ ਬੱਚੇ ਪਹਿਲੋਂ ਆਪਰੇਸ਼ਨ ਨਾਲ ਲਿਆਉਂਦੇ ਨੇ, 4 ਬੱਚੇ 3 ਬੱਚੇ ਜੰਮ ਕੇ ਕਹਿੰਦੇ ਹੁਣ ਬੱਚਾ ਨਹੀਂ ਜੰਮ ਸਕਦਾ, ਬੀਬੀ ਬਿਮਾਰ ਕਰਦੇ ਆਪਰੇਸ਼ਨ ਕਰਕੇ ਬੱਚੇ ਲਿਆਉਂਦੇ ਨੇ, ਨਾਰਮਲ ਬੱਚਾ ਹੀ ਨਹੀਂ ਆਉਣ ਦਿੰਦੇ। ਉਹ ਪੈਸੇ ਕਮਾਏ, ਬੱਚੇ ਜਿਹੜੇ ਆਉਣੇ ਨੇ ਉਹਨਾਂ ਬਿਮਾਰ ਹੋਣਾ ਹੈ, ਫਿਰ ਅੱਗੇ ਰਸੌਲੀ ਬਣ ਗਈ, ਫਿਰ ਉਹ ਦਵਾਈਆਂ ਖਾਏ, ਫਿਰ ਅੱਗੇ ਕੈਂਸਰ ਬਣ ਗਿਆ, ਕੈਂਸਰ ਦੀਆਂ ਦਵਾਈਆਂ ਖਾਂਦੀ ਰਹੇ। ਇਹ ਸਾਰੀ ਮਲਟੀਨੈਸ਼ਨਲ ਕੰਪਨੀਆਂ ਦਾ ਪੈਸਾ ਕਮਾਉਣ ਦਾ ਇੱਕ ਧੰਦਾ ਹੈਗਾ, ਲਾਲਚ। ਸੁਣਦੇ ਨਾ ਜੀ? ਸਵਾਲ ਜਿਹੜਾ ਸੀ ਉਹ ਪਿੱਛੇ ਰਹਿ ਗਿਆ, ਹੁਣ ਮੈਂ ਦੂਸਰਾ ਪਹਿਲੂ ਦੱਸਣ ਡਿਆ ਹੁੰਦਾ। ਸਵਾਲ ਲਈ ਆ ਜਾ ਉਹ ਵਿਚਾਰੀ ਉਹ ਜਿਹੜਾ ਇਹਨਾਂ ਨੇ ਪੁੱਛਿਆ ਹੈ, ਚਲੋ ਇਹਨਾਂ ਦੀ ਤੇ ਉਹ ਦੱਸ ਦਿੱਤਾ ਹੈਗਾ ਕੋਈ ਇਸ ਬਿਨਾਂ 'ਤੇ ਸਫੈਦ ਪਿਸ਼ਾਬ। ਉਹਨਾਂ ਪੁੱਛਿਆ ਕਿਉਂ ਸੀਗਾ, ਉਹ ਕੂਵਤ ਕਮਜ਼ੋਰ ਹੋਣ ਦੀ ਬਿਨਾਂ 'ਤੇ ਬਲੀਡਿੰਗ ਹੋਵੇ ਅਤੇ ਉਹਦੇ ਨਾਲ ਪਿਸ਼ਾਬ ਸਫੈਦ ਹੋ ਜਾਇਆ ਕਰਦਾ ਹੈ। ਬਲਕਿ ਬਾਅਦ ਔਕਾਤ ਇਸ ਤਰ੍ਹਾਂ ਹੁੰਦਾ ਹੈ, ਸ਼ੱਕ ਪੈਂਦਾ ਜਿਵੇਂ ਗੁਰਦੇ ਫੇਲ ਹੋਣ ਦੀ, ਗੁਰਦਿਆਂ ਵਿੱਚ ਵੀ ਇਸ ਤਰ੍ਹਾਂ ਦਾ ਪਿਸ਼ਾਬ ਆਉਣ ਲੱਗ ਪਿਆ, ਗੁਰਦੇ ਫੇਲ ਦੇ ਵਿੱਚ ਵੀ। ਇਹਦਾ ਇਲਾਜ ਕੀ ਹੋ ਸਕਦਾ ਹੈ? ਹਾਂਜੀ, ਇਹਦਾ ਇਲਾਜ ਹੁਣ ਉਹ ਚੈੱਕ ਕਰਾਈ ਜਾਏ, ਇੱਕ ਵਾਰੀ ਦਿਖਾਇਆ ਜਾਏ, ਉਹਦਾ ਸਹੀ ਨੋਈਅਤ ਦਾ ਪਤਾ ਲੱਗੇ ਕਿ ਕਿਸ ਕੰਡੀਸ਼ਨ ਦੇ ਲਿਹਾਜ਼ ਨੇ, ਉਸੇ ਲਿਹਾਜ਼ ਨਾਲ ਅਕਸਰ ਉਹਨੂੰ ਉਹਦਾ ਇਲਾਜ ਜਿਹੜਾ ਹੈ ਅਸੀਂ ਗਰਮ ਤਾਰ ਇਲਾਜ ਰੱਖਣਾ, ਗਰਮ ਤਾਰ ਕੈਫੀਅਤ ਨਾਲ, ਤਾਂ ਕਿ ਉਹਦੀ ਕੂਵਤ ਵੀ ਬਾਹਰ ਰਹੇ, ਉਹਦਾ ਖੂਨ ਵੀ ਪੈਦਾ ਹੋਵੇ। ਅਤੇ ਜਿਹੜੀ ਕੂਵਤ ਟੁੱਟੀ ਹੋਈ ਹੈ ਉਹਦੇ ਵਾਸਤੇ ਕੱਪੜੇ ਵੀ ਉਹਨੂੰ ਗਰਮ ਪਾਉਣੇ ਪੈਣਗੇ। ਦਲੀਆ ਹਲਵਾ ਵਿੱਚ ਗੋਸ਼ਤ ਦਿਓ, ਸਬਜ਼ੀ ਗੋਸ਼ਤ ਦਿਓ ਉਹਨੂੰ, ਉਹਦੀ ਕੂਵਤ ਬਹਾਲ ਹੋਵੇ। ਹੁਣ ਜਿਹੜੀ ਉਹਦੀ ਆਪਣੇ ਦਾਗ ਲੱਗਦਾ ਉਹਦੇ ਵਾਸਤੇ ਉਹ ਨੋਈਅਤ ਵੇਖ ਕੇ ਪਤਾ ਲੱਗ ਜਾਏਗਾ ਕਿ ਅੰਦਰ ਰਸੌਲੀ ਬਣ ਗਈ ਹੈ ਜਾਂ ਵੈਸੇ ਹੀ ਉਹਨੂੰ ਆ ਰਿਹਾ ਹੈ। ਅਲਟਰਾਸਾਊਂਡ 'ਚ ਮੈਨੂੰ ਡਾਕਟਰ ਨੇ ਰਸੌਲੀ ਦੱਸੀ ਹੈਗੀ, ਉਹਦੇ ਵਾਸਤੇ ਉਹਨੂੰ ਇੰਜੈਕਟ ਦੇ ਦਿਓ, ਸ਼ਾਫੇ ਇੰਜੈਕਟ ਸ਼ਹਿਦ ਦਾ ਅਤੇ ਬਦਾਮ ਰੋਗਣ ਦਾ, ਉਹਦੇ ਨਾਲ ਤਹਿਲੀਲ ਹੋ ਜਾਏਗੀ ਰਸੌਲੀ ਇੰਸ਼ਾਅੱਲਾ। ਅਤੇ ਜਿਹੜਾ ਉਹ ਅਮਲ ਕਰਦੀ ਹੈ, ਜੇ ਉਹਨੇ ਆਪਰੇਸ਼ਨ ਕਰਾਤਾ ਤਾਂ ਫਿਰ ਤਾਂ ਕੁਝ ਨਹੀਂ ਹੋ ਸਕਦਾ। ਅਤੇ ਜੇ ਉਹ ਮੀਆਂ ਬੀਵੀ ਪਰਹੇਜ਼ ਕਰਦੇ ਨੇ ਤਾਂ ਉਹਨਾਂ ਨੂੰ ਕਹਿਣਾ ਤਬੀ ਤੌਰ 'ਤੇ ਕਰੀਬ ਜਾਣ ਜਦੋਂ ਜਾਣਾ ਹੋਵੇ। ਉਹਦੀ ਸਭੀ ਮਿਲੀ ਆ, ਉਹਦੀ ਸਭੀ ਸ਼ਦੀਦ ਵੀ ਦੇ ਸਕਦੇ। ਜੇ ਕੂਵਤ ਬਹੁਤੀ ਟੁੱਟੀ ਹੋਵੇ, ਕਮਜ਼ੋਰ ਹੋਵੇ, ਨਕਾਹਤ ਹੋਵੇ, ਫਿਰ ਤੁਸੀਂ ਵਿੱਚ ਜ਼ਰਾ ਕੁ ਜਿੰਨਾ ਅਤਫਾਲ ਲਾ ਦਿਓ। हज़राती साहबी मलैन भी ला सकते, जो हज़राती साहबी मुहर्रक या शदीद या मलैन थोड़ी जी ला दो ताकि कुवत बाहर रहे।